ਮਹੱਲਾ ਪੰਜਵਾਂ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਜਨ ਮੈਂ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ। ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ। ਪਿਤਾ मेरो बड़ो धनी अगमा, उस्तत कमन करीजै करते। पेख रहे बिसमा रहाओ, सुखियन मैं सुखिया तू कहिए। दातन सिर दाता, तेजन मैं तेजवंशी कहिए। रसियन मैं राता, सूरन मैं सूरा तू कहिए। भोगन मैं भोगी, ग्रस्तन मैं तू बड़ो ग्रस्ती। जोगन मैं जोगी, करतन मैं तू करता कहिए। आचारन मैं आचारी, शाहन मैं तू साचा शाह। व्यापारन मैं व्यापारी, दरबारन मैं तेरो दरबारा। शरण पालन टीका, लक्ष्मी के तक गनी न जाइए। गन ना सकूं सीका, नामन मैं तेरो प्रभ नामा। ज्ञानन मैं ज्ञानी, जुगतन मैं तेरी प्रभ जुगता। इशनानन मैं इशनानी, सिद्धन मैं तेरी प्रभ सिद्धा। कर्मन सिर कर्मा, आज्ञा मैं तेरी प्रभ आज्ञा। हुक्मन सिर हुक्मा, ज्यों बोला मैं त्यों बोले स्वामी। कुदरत कम न हमारी, साध संग नानक जस गायो। जो प्रभ की अत प्यारी। वाहिगुरु जी का खालसा, वाहिगुरु जी की फतेह। साध संगत, गुजरी राग विच पंजवें पातशाह जी का उच्चारण किया है शब्द दूजे घर विच गायन करन दी हदायत है। एक ओंकार सतगुर प्रसाद, ये मंगलाचरण अपने इष्ट देव का आराधन तथा आवाहन है कि परमात्मा एक है, सर्वशक्तिवान है, सर्वव्यापक है और सच्चे गुरु की कृपा द्वारा उसकी सोझी जानकारी प्राप्त मिलती। दास का यह पूर्ण विश्वास है कि लोग परमेश्वर दीयां गल्लां करते सुणाउंदे ने, पर गुरबाणी परमेश्वर नाल गल्लां कराउंदी। इसे ਲਈ गुरबाणी ਨੂੰ गुरु होने की पदवी प्राप्त। हाँ, ये जरूर है कि पाठ करते समय बड़े सहज नाल ठीक विश्राम दे के, ठीक उच्चारण करके और अंदरों जिज्ञासा रख के कि मैं इस शब्द नूं समझना। फिर पाठ किया जाए तो किहड़ी गल जिहड़ी नहीं समझ आती। तो गुरु अर्जन देव पातशाह जी उस वाहिगुरु अकाल पुरख नूं हाज़र नाज़र जान के उहदे नाल गल करदे, सानू जाच सिखाउंदे ने कि इस तरह परमेश्वर नाल गल्लां करो। पिता मेरो बड़ो धनी अगमा, आख्या मेरा वाहिगुरु पिता बड़ो बहुत बड़ा धनी। ये जिहड़ा धनी शब्द है, असी आम तौर पर धन वाले लिए भी धनी वरतते, पर गुरबाणी विच धनी दे अर्थ खसम भी कीते हैं। और महान कोश के करता ने लिखा कि यह सिंधी बोली का शब्द है। जिहड़ा सेठ होवे, मालक होवे, उहनूं धनी कहा जाता है। अगमा का मतलब है जिहदे तीकर साडी गमता नहीं, इन्हां इंद्रियां द्वारा उहदे तक साडी पहुँच नहीं। पिता मेरो बड़ो धनी अगमा,
ਉਸਤਤ ਕਮਨ ਕਰੀ ਜੈ ਕਰਤੇ ਵੇਖ ਰਹੇ ਬਿਸਮਾ। ਹੇ ਮੇਰੇ ਵਾਹਿਗੁਰੂ ਪਿਤਾ, ਤੁਸੀਂ ਬਹੁਤ ਵੱਡੇ ਧਨੀ ਵੀ ਹੋ, ਅਗਮ ਵੀ ਹੋ। ਉਸਤਤ ਕਮਨ ਕਰੀਜੈ ਕਰਤੇ, ਹੇ ਕਰਤੇ ਤੁਹਾਡੀ ਕਿਹੜੀ ਉਸਤਤ ਕੀਤੀ ਜਾ ਸਕਦੀ। ਭਾਵ ਸਾਡੀ ਸਮਰੱਥਾ ਨੇ। ਵੇਖ ਰਹੇ ਬਿਸਮਾ, ਜਿਉਂ ਜਿਉਂ ਤੁਹਾਡੇ ਗੁਣਾਂ ਨੂੰ, ਜਿਉਂ ਜਿਉਂ ਤੁਹਾਡੀ ਵਡਿਆਈ ਨੂੰ ਦੇਖਦੇ ਹਾਂ, ਅਸੀਂ ਤਾਂ ਬਿਸਮ ਹੋ ਜਾਂਦੇ। ਬਿਸਮਨ ਬਿਸਮ ਬਿਸਮ ਬਿਸਮਾਤ, ਜਿਨ ਚਾਖਿਆ ਤਿਨ ਆਇਆ ਸਵਾਦ। ਬਿਸਮ ਇੱਕ ਐਸੀ ਅਵਸਥਾ ਹੈ ਜਿਸ ਨੂੰ ਹੈਰਾਨ ਕੁਨ ਕਿਹਾ ਜਾਂਦਾ, ਤਥਾ ਅਸਚਰਜ ਅਵਸਥਾ, ਜਿਸ ਅਵਸਥਾ ਵਿੱਚ ਪਹੁੰਚ ਕੇ ਫਿਰ ਗੱਲ ਕਰਨ ਦੀ ਹਿੰਮਤ ਹੀ ਨਹੀਂ ਰਹਿੰਦੀ। ਲਓ ਹੁਣ ਪਾਤਸ਼ਾਹ ਬੜੇ ਵਿਸਥਾਰ ਨਾਲ ਕਹਿੰਦੇ, ਮੈਂ ਜਿੱਧਰ ਵੀ ਦੇਖਦਾ ਤੈਨੂੰ ਹੀ ਦੇਖਦਾ, ਤੂੰ ਸਭ ਜਗ੍ਹਾ ਤੇ ਵਿਆਪਕ ਹੈ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਰਾਜਨ ਮੈਂ ਤੂੰ ਰਾਜਾ ਕਹੀਏ, ਰਾਜਿਆਂ ਵਿੱਚ ਤੂੰ ਸਭ ਤੋਂ ਵੱਡਾ ਰਾਜਾ ਕਿਹਾ ਜਾਂਦਾ। ਭੂਮਨ ਮੈਂ ਭੂਮਾ, ਭੂਮਨ ਕਹਿੰਦੇ ਨੇ ਜ਼ਿਮੀਂਦਾਰ ਨੂੰ। ਪਹਿਲੇ ਸਮਿਆਂ ਵਿੱਚ ਆਮ ਤੌਰ 'ਤੇ ਭੂਮੀਆਂ ਸ਼ਬਦ ਜਿਹਦੇ ਕੋਲ ਜ਼ਿਆਦਾ ਜ਼ਮੀਨ ਹੋਵੇ, ਬਾਣੀ ਵਿੱਚ ਵੀ ਆਉਂਦਾ ਭੂਮੀਆਂ ਭੂਮ ਉੱਪਰ ਨਿਤ ਲੁੱਝੈ। ਤੋ ਜਿਹੜਾ ਭੂਮੀ ਦਾ ਮਾਲਕ ਹੋਵੇ ਉਹਨੂੰ ਭੂਮਨ ਕਿਹਾ ਜਾਂਦਾ। ਠੀਕ ਹੈ, ਕਿਸੇ ਕੋਲ 2 4 10 20 50 100 ਏਕੜ ਜ਼ਮੀਨ ਹੋਵੇ, ਪਰ ਅਸਲ ਵਿੱਚ ਤੇ ਸਾਰੀ ਜ਼ਮੀਨ ਦਾ ਮਾਲਕ ਪਰਮਾਤਮਾ ਹੈ ਨਾ। ਤੋ ਰਾਜਨ ਮੈਂ ਤੂੰ ਰਾਜਾ ਕਹੀਏ, ਭੂਮਨ ਮੈਂ ਭੂਮਾ, ਠਾਕੁਰ ਮੈਂ ਠਕੁਰਾਈ ਤੇਰੀ। ਕੋਮਨ ਸਿਰ ਕੋਮਾ, ਕਈ ਇਲਾਕਿਆਂ ਵਿੱਚ ਠਾਕੁਰ ਕਹੇ ਜਾਂਦੇ। ਜਿਹੜਾ ਪਿੰਡ ਦਾ ਮਾਲਕ ਹੋਵੇ, ਜਿਹੜਾ ਵੱਡੀ ਜ਼ਮੀਨ ਦਾ ਮਾਲਕ ਹੋਵੇ, ਉਹਨੂੰ ਠਾਕੁਰ ਕਹਿੰਦੇ। ਇਹਦਾ ਮਤਲਬ ਠਾਕੁਰਾਂ ਵਿੱਚ ਠੁਕਰਾਈ ਵੀ ਤੇਰੀ ਹੈ, ਕਿਉਂਕਿ ਤੂੰ ਸਭ ਤੋਂ ਵੱਡਾ ਠਾਕੁਰ ਹੈ। ਇਹ ਸਭ ਤਾਂ ਤੇਰੇ ਦਰ ਦੇ ਮੰਗਤੇ ਹਨ। ਕੋਮਨ ਸਿਰ ਕੋਮਾ, ਆਮ ਲੋਕ ਆਪਣੀਆਂ ਕੌਮਾਂ ਦਾ ਮਾਣ ਕਰਦੇ, ਪਰ ਤੁਸੀਂ ਸਭ ਕੌਮਾਂ ਦੇ ਸ਼੍ਰੋਮਣੀ ਕੌਮ ਵਾਲੇ ਹੋ। ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਨ ਕਰੀ ਜੈ ਕਰਤੇ ਪੇਖ ਰਹੇ ਬਿਸਮਾ। ਰਹਾਓ ਸੁਖੀਅਨ ਮੈਂ ਸੁਖੀਆ ਤੂੰ ਕਹੀਏ। ਜਿਹੜੇ ਸੁਖ ਮਾਣਨ ਵਾਲੇ ਨੇ, ਸਭ ਤੋਂ ਵੱਡਾ ਆਨੰਦ ਸਰੂਪ ਸੁਖੀਆ ਤੂੰ। ਦੁਨੀਆ ਦੇ ਸੁਖੀ ਕਿਧਰੇ ਨਾ ਕਿਧਰੇ ਦੁਖੀ ਹੋ ਜਾਂਦੇ, ਪੁੱਛ ਕੇ ਵੇਖੋ ਕਿਸੇ ਨੂੰ। ਇਸੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਅੱਗੇ ਫਰਿਆਦ ਹੀ ਨਹੀਂ ਕਰਦਾ, ਕਿਉਂਕਿ ਜਿਸ ਮਾਨੁਖ ਪੈ ਕਰੂੰ ਬੇਨਤੀ, ਸੋ ਆਪਣੇ ਦੁੱਖ ਭਰਿਆ। ਗੁਰੂ ਨਾਨਕ ਪਾਤਸ਼ਾਹ ਤੇ ਫਰਮਾਉਂਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਕੋਈ ਕਿੰਨਾ ਵੀ ਵੱਡਾ ਸੁਖੀ ਹੋਵੇ, ਫਿਰ ਵੀ ਉਹਨੂੰ ਕੋਈ ਨਾ ਕੋਈ ਦੁੱਖ ਚੰਬੜਿਆ, ਪਰ ਸਾਰੇ ਸੁਖੀਆਂ ਵਿੱਚ ਤੂੰ ਵੱਡਾ ਸੁਖੀ ਹੈ, ਤਥਾ ਸੁਖ ਨੂੰ ਮਾਣਨ ਵਾਲਾ ਹੈ। ਸੁਖੀਅਨ ਮੈਂ ਸੁਖੀਆ ਤੂੰ ਕਹੀਏ, ਦਾਤਨ ਸਿਰ ਦਾਤਾ। ਹੁਣ ਇੱਥੇ ਸਿਰ ਦੇ ਰਾਰੇ ਨੂੰ ਸਿਆਰੀ ਹੈ, ਸਿਰ ਉੱਤੇ ਦਾਤਾ, ਜਿਹੜਾ ਸਭ ਦਾਨੀਆਂ ਨੂੰ ਦੇਣ ਵਾਲਾ ਹੈ। ਇਸੇ ਲਈ ਗੁਰਬਾਣੀ ਗੁਰੂ ਜੀ ਦਾ ਫੈਸਲਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨ ਆਵਈ, ਅਗਨਤ ਭਰੇ ਭੰਡਾਰ। ਹੇ ਪਰਮਾਤਮਾ, ਤੇਰੇ ਨਾਲੋਂ ਵੱਡਾ ਕੋਈ ਦਾਤਾ ਨਹੀਂ। ਜਿਹੜੇ ਸੁਖੀ ਹਨ ਉਹਨਾਂ ਨੂੰ ਵੀ ਤੇਰਾ ਹੀ ਬਖਸ਼ਿਆ ਹੋਇਆ ਸੁੱਖ ਹੈ, ਤਥਾ ਤੂੰ ਹੀ ਸਭ ਦੇ ਅੰਦਰ ਵਰਤ ਕੇ ਸੁੱਖ ਮਾਣ।
ਸੁਖੀਨ ਮੈਂ ਸੁਖੀਆ ਤੂੰ ਕਹੀਏ, ਦਾਤਨ ਤਿਰ ਦਾਤਾ ਤੇਜਨ ਮੈਂ ਤੇਜਵੰਸੀ ਕਹੀਏ, ਰਸੀਨ ਮੈਂ ਰਾਤਾ ਤੇਜਵੰਸੀ। ਜਿਨ੍ਹਾਂ ਦਾ ਪ੍ਰਤਾਪ ਹੋਵੇ, ਜਿਨ੍ਹਾਂ ਦੇ ਤੇਜ ਨੂੰ ਵੇਖ ਕੇ ਸਭ ਦਾ ਸਿਰ ਝੁਕਦਾ ਹੋਵੇ, ਤੂੰ ਉਹਨਾਂ ਵਿੱਚ ਤੇਜਵੰਸੀ ਵੀ ਹੈ, ਭਾਵ ਸ਼੍ਰੋਮਣੀ ਹੈ। ਤੇਰੇ ਮੁਕਾਬਲੇ ਵਿੱਚ ਕੋਈ ਵੀ ਨਹੀਂ ਹੈ। ਔਰ ਰਸੀਨ ਮੈਂ ਰਾਤਾ, ਜਿਹੜੇ ਰਸ ਲੈਣ ਵਾਲੇ ਨੇ ਉਹਨਾਂ ਵਿੱਚ ਵੀ ਤੂੰ ਹੀ ਰਾਤਾ ਰੰਗਿਆ ਹੋਇਆ, ਭਾਵ ਵਿਆਪਕ ਹੈ। ਸੂਰਨ ਮੈਂ ਸੂਰਾ ਤੂੰ ਕਹੀਏ, ਬੜੇ ਬੜੇ ਸੂਰਮੇ ਕਹੇ ਜਾਂਦੇ, ਪਰ ਉਹਨਾਂ ਵਿੱਚ ਜਿਹੜੀ ਸੂਰਮਤਾਈ ਹੈ ਨਾ, ਉਹ ਵੀ ਤੇਰੀ ਬਖਸ਼ੀ ਹੋਈ ਹੈ। ਭੋਗਨ ਮੈਂ ਭੋਗੀ, ਬੜੇ ਬੜੇ ਰਸਾਂ ਨੂੰ ਭੋਗਣ ਵਾਲੇ ਜੋ ਹਨ, ਉਹਨਾਂ ਵਿੱਚ ਵੀ ਤੇਰੀ ਹੀ ਜੋਤ ਕੰਮ ਕਰ ਰਹੀ। ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ, ਜੋਗਨ ਮੈਂ ਜੋਗੀ, ਗ੍ਰਸਤੀਆਂ ਵਿੱਚ ਤੂੰ ਵੱਡਾ ਗ੍ਰਸਤੀ ਹੈ। ਇਹ ਸਾਰਾ ਸੰਸਾਰ ਹੀ ਤੇਰਾ ਪਰਿਵਾਰ ਹੈ। ਇਸ ਸਾਰੇ ਸੰਸਾਰ ਦਾ ਮਾਲਕ ਹੀ ਤੂੰ। ਔਰ ਜੋਗਨ ਮੈਂ ਜੋਗੀ, ਜਿਹੜੇ ਆਪਣੇ ਆਪ ਨੂੰ ਜੋਗੀ ਅਖਵਾਉਂਦੇ ਨੇ, ਉਹਨਾਂ ਵਿੱਚ ਤੂੰ ਜੋਗੀ ਵੀ ਬਹੁਤ ਵੱਡਾ। ਇਸੇ ਲਈ ਪਾਤਸ਼ਾਹ ਨੇ ਕਿਹਾ, ਤੂੰ ਜਿੱਧਰ ਵੀ ਦੇਖਦਾ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ। ਸਾਰਿਆਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ। ਤੂੰ ਸੂਰਨ ਮੈਂ ਸੂਰਾ ਤੂੰ ਕਹੀਏ, ਭੋਗਨ ਮੈਂ ਭੋਗੀ, ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ, ਜੋਗਨ ਮੈਂ ਜੋਗੀ। ਜੋਗੀ ਦਾ ਮਤਲਬ ਹੈ ਜਿਹੜੇ ਜੁੜੇ ਹੋਏ ਨੇ। ਜੋਗੀ ਦਾ ਮਤਲਬ ਹੈ ਜਿਹੜੇ ਗ੍ਰਸਤ ਛੱਡ ਕੇ ਜੋਗ ਧਾਰਨ ਕਰੀ। ਸਾਰਿਆਂ ਵਿੱਚ ਤੂੰ ਵੱਡਾ ਜੋਗੀ ਵੀ ਹੈ। ਕਰਤਨ ਮੈਂ ਤੂੰ ਕਰਤਾ ਕਹੀਏ, ਕਰਤਨ ਦਾ ਮਤਲਬ ਹੈ ਕਰਨ ਵਾਲੇ, ਜਿਹੜੇ ਨਵੇਂ ਨਵੇਂ ਕੰਮ ਕਰਦੇ ਹਨ, ਨਵੀਆਂ ਨਵੀਆਂ ਕਾਢਾਂ ਕੱਢਦੇ ਹਨ, ਉਹਨਾਂ ਵਿੱਚ ਕਰਤਾ ਵੀ ਤੂੰ ਹੀ। ਮੈਂ ਕਈ ਵਾਰੀ ਕਹਿੰਦਾ ਹਾਂ ਕਿ ਜਿਹੜੇ ਲੋਕ ਕਹਿੰਦੇ ਨੇ ਫਲਾਣੇ ਨੇ ਕਾਢ ਕੱਢੀ, ਵੀ ਕਾਢ ਕਿਸ ਨੇ ਕੱਢੀ? ਜੇ ਪਰਮਾਤਮਾ ਉਹਨਾਂ ਵਿੱਚ ਦਿਮਾਗ ਨਾ ਦਿੰਦਾ, ਉਹਨਾਂ ਨੂੰ ਬੁੱਧੀ ਨਾ ਦਿੰਦਾ, ਉਹ ਕਾਢ ਕਿੱਥੋਂ ਕੱਢਦਾ? ਇਸ ਵਾਸਤੇ ਸਾਨੂੰ ਇਹ ਸਾਰਾ ਕ੍ਰੈਡਿਟ ਉਸ ਪਰਮੇਸ਼ਵਰ ਨੂੰ ਦੇਣਾ ਚਾਹੀਦਾ। ਕਰਤਨ ਮੈਂ ਤੂੰ ਕਰਤਾ ਕਹੀਏ, ਆਚਾਰਨ ਮੈਂ ਆਚਾਰੀ। ਜਿਹੜਾ ਆਚਾਰ ਸ਼ਬਦ ਹੈ, ਜਿਵੇਂ ਧਾਰਮਿਕ ਰਸਮਾਂ ਨੂੰ ਕਰਾਉਣ ਵਾਲਾ ਜੋ ਹੈ, ਉਹਨੂੰ ਆਚਾਰੀਆ ਕਿਹਾ ਜਾਂਦਾ। ਭਾਵ ਉਹਨਾਂ ਨੂੰ ਜਿਤਨੀ ਸੋਝੀ ਸਮਝ ਦਿੱਤੀ ਉਹ ਤੂੰ ਹੀ ਦਿੱਤੀ। ਭਾਵ ਕੋਈ ਤੇਰੇ ਤੋਂ ਵੱਖਰਾ ਨਹੀਂ ਜਿਹੜਾ ਕਹੇ ਮੈਂ ਕਰ ਸਕਦਾ। ਇਸ ਲਈ ਕਰਤਨ ਮੈਂ ਤੂੰ ਕਰਤਾ ਕਹੀਏ, ਆਚਾਰਨ ਮੈਂ ਆਚਾਰੀ। ਸ਼ਾਹਨ ਮੈਂ ਤੂੰ ਸਾਚਾ ਸ਼ਾਹ, ਵਪਾਰਨ ਮੈਂ ਵਪਾਰੀ। ਆਮ ਤੌਰ 'ਤੇ ਪਿੰਡਾਂ ਵਿੱਚ ਜਿਹੜੇ ਦੁਕਾਨਦਾਰ ਹੁੰਦੇ ਨੇ, ਉਹਨਾਂ ਨੂੰ ਪਿੰਡ ਦੇ ਲੋਕ ਸ਼ਾਹ ਜੀ ਕਹਿੰਦੇ। ਪਰ ਯਾਦ ਰੱਖੋ, ਜੇ ਉਹਨਾਂ ਨੂੰ ਕੋਈ ਸਮਰੱਥਾ ਦਿੱਤੀ ਹੈ ਤੇ ਕਿਸ ਨੇ ਦਿੱਤੀ? ਇਸ ਲਈ ਪਾਤਸ਼ਾਹ ਕਹਿਣਾ ਹੀ ਚਾਹੁੰਦੇ ਨੇ, ਹੇ ਪਰਮਾਤਮਾ ਤੂੰ ਹੀ ਸਭ ਤੋਂ ਵੱਡਾ ਸ਼ਾਹ, ਤੂੰ ਹੀ ਸਭ ਤੋਂ ਵੱਡਾ ਫਾਈਨੈਂਸਰ ਹੈ, ਤੂੰ ਹੀ ਸ਼ਾਹੂਕਾਰ ਹੈ, ਜਿਸ ਨੇ ਲੋਕਾਂ ਨੂੰ ਇਹ ਸਭ ਦਾਤਾਂ ਦਿੱਤੀਆਂ ਹਨ। ਸ਼ਾਹਨ ਮੈਂ ਤੂੰ ਸਾਚਾ ਸ਼ਾਹ। ਫਿਰ ਸੱਚਾ ਸ਼ਾਹ ਤੂੰ ਹੈ, ਬਾਕੀ ਤੇ ਸਭ ਝੂਠੇ ਸ਼ਾਹ ਹਨ, ਜਿਹੜੇ ਤੇਰੇ ਕੋਲੋਂ ਮੰਗਦੇ ਹਨ। ਗੁਰਬਾਣੀ ਦਾ ਤੇ ਫੈਸਲਾ ਹੈ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਹ ਸਾਰਾ ਸੰਸਾਰ ਤੇ ਮੰਗਤਾ ਹੈ। ਠੀਕ ਹੈ, ਕੁਝ ਲੋਕ ਵਪਾਰ ਕਰਦੇ ਨੇ, ਪਰ ਉਹਨਾਂ ਵਪਾਰੀਆਂ ਨੂੰ ਵਪਾਰ ਕਰਨ ਦੀ ਜਿਹੜੀ ਬੁੱਧੀ ਆ ਉਹ ਵੀ ਤੂੰ ਦਿੱਤੀ। ਸ਼ਾਹਨ ਮੈਂ ਤੂੰ ਸਾਚਾ ਸ਼ਾਹ, ਵਪਾਰਨ ਮੈਂ ਵਪਾਰੀ। ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਰਨ ਟੀਕਾ।
ਆਖਿਆ ਠੀਕ ਹੈ ਰਾਜੇ, ਲੋਕ ਆਪਣਾ ਦਰਬਾਰ ਸਜਾਉਂਦੇ ਨੇ, ਉਹਨਾਂ ਨੇ ਬੜੇ ਅਮੀਰ ਵਜ਼ੀਰ ਰੱਖੇ ਹੁੰਦੇ ਨੇ, ਪਰ ਤੇਰੇ ਵਰਗਾ ਦਰਬਾਰ ਕਿਸੇ ਦਾ ਨਹੀਂ। ਅਸੀਂ ਰੋਜ਼ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਸਾਰਾ ਸ਼ਬਦ ਧਿਆਨ ਨਾਲ ਪੜ੍ਹੋ। ਪਾਤਸ਼ਾਹ ਨੇ ਉਹਦੇ ਦਰ ਦਾ, ਉਹਦੇ ਘਰ ਦਾ, ਉਹਦੇ ਦਰਬਾਰ ਦਾ ਇੱਕ ਨਕਸ਼ਾ ਖਿੱਚ ਕੇ ਸਮਝਾਇਆ। ਆਖਿਆ ਤੇਰੇ ਵਰਗਾ ਕਿਸੇ ਦਾ ਸੁੰਦਰ ਵੱਡਾ ਦਰਬਾਰ ਹੀ ਨਹੀਂ ਹੈਗਾ। ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ। ਸ਼ਰਨ ਪਾਲਣ ਦਾ ਮਤਲਬ ਹੈ ਸ਼ਰਨ ਵਿੱਚ ਆਇਆਂ ਦੀ ਪਾਲਣਾ ਕਰਨ ਵਾਲਾ। ਸਾਰੇ ਸ਼ਰਨ ਪਾਲਣ ਨਹੀਂ ਹੁੰਦੇ, ਔਰ ਸਾਰੇ ਸ਼ਰਨ ਆਇਆਂ ਦੀ ਲਜਪਤ ਨਹੀਂ ਰੱਖ ਸਕਦੇ, ਪਰ ਵਾਹਿਗੁਰੂ ਅਕਾਲ ਪੁਰਖ ਦਾ ਬਿਰਧ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇਸ ਲਈ ਉਸ ਪਰਮਾਤਮਾ ਤੋਂ ਵੱਡਾ ਹੋਰ ਕੋਈ ਸ਼ਰਨ ਪਾਲਣ ਹੈ ਹੀ ਨਹੀਂ। ਟੀਕਾ ਦਾ ਮਤਲਬ ਹੈ ਸ਼੍ਰੋਮਣੀ, ਸਭ ਤੋਂ ਵੱਡਾ। ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ। ਲਖਮੀ ਕੇਤਕ ਗਨੀ ਨਾ ਜਾਈਏ, ਗਨ ਨ ਸਕੂੰ ਸੀਕਾ। ਆਖਿਆ ਤੇਰੀ ਦੌਲਤ, ਤੇਰੀ ਲక్ష్ਮੀ ਕਿਤਨੀ ਹੈ, ਗਿਣੀ ਨਹੀਂ ਜਾ ਸਕਦੀ। ਸਾਡੀ ਸਮਰੱਥਾ ਨਹੀਂ ਕਿ ਅਸੀਂ ਉਹਦੇ ਸਾਰੇ ਸਿੱਕੇ ਰੁਪਈਏ ਖਜ਼ਾਨੇ ਦੀ ਵੈਲਿਊ ਕਰ ਸਕੀਏ। ਹੁਣੇ ਕਿਸੇ ਗੁਰਮੁਖ ਦਾ ਫੋਨ ਆਇਆ, ਆਂਦੇ ਜੀ ਗੁਰੂ ਨਾਨਕ ਪਾਤਸ਼ਾਹ ਇਹ ਜਿਹੜਾ ਸ਼ਬਦ ਕਹਿੰਦੇ ਹਨ, ਕਮਨ ਤਰਾਜੀ ਕਮਨ ਤੁਰਾ, ਤੇਰਾ ਕਮਨ ਸਰਾ ਬੁਲਾਵਾਂ। ਕੌਣ ਗੁਰੂ ਕਹਿ ਪੈ ਦੀਖਿਆ ਲੇਵਾਂ, ਕਹਿ ਪੈ ਮੁੱਲ ਕਰਾਵਾਂ। ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ, ਤੂੰ ਜਲ ਥਲ ਮਈਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ। ਆਖਿਆ ਮਨ ਤਾ ਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਬ ਕਮਾਵਾਂ। ਘਟ ਹੀ ਪੀਤਰ ਸੋਚੋ ਤੋਲੀ, ਇਨ ਬਿਦ ਚਿੱਤ ਰਹਾਵਾਂ। ਆਪੇ ਕੰਡਾ ਆਪ ਤਰਾਜੀ, ਆਪੇ ਤੋਲਣਹਾਰ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਆਖਿਆ ਸਾਡੀ ਕੀ ਸਮਰੱਥਾ ਹੈ। ਹੇ ਵਾਹਿਗੁਰੂ, ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਾਲਨ ਟੀਕਾ। ਲਖਮੀ ਕੇਤਕ ਗਨੀ ਨਾ ਜਾਈਏ, ਗਨ ਨ ਸਕੂੰ ਸੀਕਾ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮੈਂ ਗਿਆਨੀ। ਨਾਮਾਂ ਵਿੱਚ ਸਭ ਤੋਂ ਤੇਰਾ ਨਾਮਣਾ ਵੱਡਾ, ਤੇ ਗਿਆਨ ਵਿੱਚ ਸਭ ਤੋਂ ਵੱਡਾ ਗਿਆਨਵਾਨ ਵੀ ਤੂੰ ਹੈ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਇਸ਼ਨਾਨਨ ਮੈਂ ਇਸ਼ਨਾਨੀ। ਜੁਗਤ ਮੈਥਡ, ਤਰੀਕਾ, ਢੰਗ ਤਥਾ ਚੰਗੀ ਜੀਵਨ ਜੁਗਤ ਵਾਲਿਆਂ ਵਿੱਚ ਤੂੰ ਹੀ ਚੰਗੀ ਜੁਗਤ ਵਾਲਾ। ਔਰ ਇਸ਼ਨਾਨਨ ਮੈਂ ਇਸ਼ਨਾਨੀ, ਜਿਹੜੇ ਇਸ਼ਨਾਨ ਕਰਦੇ ਫਿਰਦੇ, ਸਭ ਤੋਂ ਵੱਡਾ ਇਸ਼ਨਾਨੀ ਵੀ ਤੂੰ ਹੀ ਹੈ। ਭਾਵ ਤੇਰੇ ਮੁਕਾਬਲੇ ਵਿੱਚ ਕੋਈ ਹੋਰ ਹੈ ਹੀ ਨਹੀਂ। ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਜਿਨ੍ਹਾਂ ਨੂੰ ਸਿੱਧੀਆਂ ਪ੍ਰਾਪਤ ਹੋ ਗਈਆਂ ਨੇ, ਤਥਾ ਜਿਹੜੇ 84 ਸਿੱਧ ਕਹੇ ਜਾਂਦੇ ਨੇ, ਉਹਨਾਂ ਵਿੱਚ ਵੀ ਤੇਰੀ ਹੀ ਸਿੱਧੀ ਸਭ ਤੋਂ ਵੱਡੀ। ਕਰਮਨ ਤਿਰ ਕਰਮਾ, ਤੇ ਤੂੰ ਕਰਮ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਕਰਮ ਕਰਨ ਵਾਲਾ। ਜੋ ਤੂੰ ਕਰਦਾ ਹੈ, ਤੇਰੇ ਕਰਮਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ। ਸਭ ਤੋਂ ਆਗਿਆ ਤੇਰੀ ਵੱਡੀ। ਤੇਰੀ ਆਗਿਆ ਨੂੰ, ਤੇਰੇ ਹੁਕਮ ਨੂੰ ਕੋਈ ਮੋੜ ਹੀ ਨਹੀਂ ਸਕਦਾ। ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਹੁਕਮੀ ਹੋਮਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ।
हुक्मै अंदर सब को, बाहर हुक्म न कोय, नानक हुक्मै जे बुझै, ताहो मैं कह न कोय। आज्ञा मैं तेरी प्रभ आज्ञा, हुक्मन सिर हुक्मा। अखीर विच बादशाह कहते ने, हे मेरे वाहिगुरू, ज्यों बोला मैं त्यों बोले स्वामी। इत्थे क्योंकि बोलण की किरिया है, इसलिए इहनूं बोलना कहना, बोलना नहीं कहना। ज्यों बोला मैं त्यों बोलने स्वामी। हे वाहिगुरू, जिवें तू मेरे अंदर बैठ के मैनू बुलाउंदा है, मैं उवें बोलांगा। कुदरत कमन हमारी, इत्थे कुदरत का अखरी अर्थ समर्था है, ताकत है, पाया है। गुरु नानक पातशाह ने भी फरमाया, कुदरत कमन कहाँ विचार, वारिया न जावा एक बार। हे अकाल पुरख जियो, ज्यों बोला मैं त्यों बोलने स्वामी। कुदरत कमन हमारी, साडी की समर्था है, असी तुहाडे किसी चीज़ का वर्णन कर सकी नहीं। तुसी सब तो उत्तम हो, श्रेष्ठ हो। साध संग नानक जस गायो, जो प्रभ की अत प्यारी। नानक जी फरमाते ने, मैं ते साध संगत विच बह के तुहाडा जस गाउंदा, क्योंकि वाहिगुरू की सब तो प्यारी चीज़ सतसंगत है। इसे लिए गुरबाणी विच परमात्मा नूं मिलण दा, परमात्मा नूं जानन दा अस्थान सतसंगत किया। ते बाणी विच लिखिया है, सतसंगत कैसी जानी है, जिथे को नाम बखानी है। सतसंगत जिहड़ी है, जिथे बह के परमात्मा की कीर्ति होवे, जिथे बह के परमात्मा के गुणां की विचार होवे, वो वाहिगुरू जी नूं बहुत चंगी लगती। इसे लिए फरमाया, विच संगत हर प्रभ वसै जियो। संगत विच वाहिगुरू आप वसदा, क्यों? उत्थे वाहिगुरू के गुणां की चर्चा होंदी। अखीर विच महाराज कहते हैं, ज्यों बोला मैं त्यों बोले स्वामी। कुदरत कमन हमारी, साध संग नानक जस गायो, जो प्रभ की अत प्यारी। तो साध संगत पावन शब्द के अंदर उस वाहिगुरू अकाल पुरख की कितनी बड़ी वडियाई ते सिफत की। ते आख्या, पिता मेरो बड़ो धनी अगमा, उस्तत कमन करी जय करते, पेख रहे बिस्मा। वाहिगुरू जी का खालसा, वाहिगुरू जी की फतेह।